सेक्रेटरी सोशल सिक्योरिटी एंड विमेन एंड चाइल्ड डेवलपमेंट जी ਨੂੰ। मानयोग मुख्य मंत्री जी, मानयोग मुख्य मंत्री जी, समाजिक सुरक्षा स्त्री ते बाल विकास मंत्री जी, सत्कारयोग मंत्री साहिबान, MLA साहिबान, मानयोग मुख्य सकੱਤਰ जी ਅਤੇ इस समारोह ਵਿੱਚ पंजाब ਦੇ हर कोने ਤੋਂ शामिल ਹੋਈਆਂ ਸਾਰੀਆਂ ਉੱਘੀਆਂ ਸ਼ਖਸੀਅਤਾਂ ਦਾ मैं स्वागत करदी ਹਾਂ। समागम ਵਿੱਚ शामिल साडे विभाग नाल जुड़े हुए बुजुर्गां, महिलावां, दिव्यांग व्यक्तियां ਅਤੇ होर पेंशन धारकां ਨੂੰ इस शुभ अवसर ते मुबारकबाद दिंदी ਹਾਂ। समाजिक सुरक्षा इस्त्री ते बाल विकास विभाग लड़कियां, औरतां, बच्चियां, बुजुर्गां, दिव्यांगजन ਅਤੇ निराश्रितां ਦੀ सुरक्षा, सन्मान ਅਤੇ शक्तिकरण ਲਈ हमेशा तत्पर है। पिछले समय दौरान मानयोग मंत्री समाज सुरक्षा ਅਤੇ मानयोग मुख्य मंत्री जी ਦੀ ਅਗਵਾਈ ਵਿੱਚ ਔਰਤਾਂ ਸਰਕਾਰੀ ਨੌਕਰੀਆਂ ਵਿੱਚ 33% ਰਾਖਵਾਂਕਰਨ ਦੇਣ ਅਤੇ ਸਰਕਾਰੀ ਬੱਸਾਂ ਵਿੱਚ ਔਰਤਾਂ ਦਾ ਮਾਫ ਕਰਕੇ ਅਹਿਮ ਫੈਸਲੇ ਲਏ ਗਏ। ਇਸ ਕਾਰਨ ਰਾਜ ਦੀਆਂ ਔਰਤਾਂ ਦੀ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਇੱਕ ਮੀਲ ਪੱਥਰ ਸਾਬਤ ਹੋ ਰਿਹਾ ਹੈ। ਇਸੇ ਸਿਲਸਿਲੇ ਨੂੰ ਅੱਗੇ ਚਲਾਉਂਦੇ ਹੋਇਆਂ ਪੈਨਸ਼ਨ ਸਕੀਮਾਂ ਅਧੀਨ ਬਜ਼ੁਰਗਾਂ, ਵਿਧਵਾ ਔਰਤਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਸਮਾਜ ਸੁਰੱਖਿਆ ਵਿਭਾਗ ਵੱਲੋਂ ਦਿੱਤੀ ਜਾਂਦੀ 750 ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਵਿੱਚ ਦੁੱਗਣਾ ਵਾਧਾ 1500 ਰੁਪਏ ਕੀਤੇ ਜਾਣ ਤੇ ਮਾਨਯੋਗ ਮੁੱਖ ਮੰਤਰੀ ਜੀ ਅਤੇ ਸਮਾਜਿਕ ਸੁਰੱਖਿਆ ਮੰਤਰੀ ਜੀ ਦਾ ਧੰਨਵਾਦ ਕਰਦੀ ਹਾਂ। ਪੈਨਸ਼ਨ ਸਕੀਮ ਦਾ ਲਾਭ ਲੈਣ ਲਈ ਲੋੜਵੰਦ ਬਜ਼ੁਰਗਾਂ ਅਤੇ ਬੇਸਹਾਰਾ ਔਰਤਾਂ ਨੂੰ ਪਾਰਦਰਸ਼ੀ ਅਤੇ ਸਮੇਂ ਸਿਰ ਪੈਨਸ਼ਨ ਦੀ ਅਦਾਇਗੀ ਕਰਨ ਲਈ ਸਰਕਾਰ ਹਮੇਸ਼ਾ ਉਪਰਾਲੇ ਕਰਦੀ ਹੈ। ਪੰਜਾਬ ਸਰਕਾਰ ਨੇ ਪੈਨਸ਼ਨ ਰੂਲਾਂ ਵਿੱਚ ਸੋਧ ਕਰਕੇ ਪੈਨਸ਼ਨ ਦਾ ਲਾਭ ਲੈਣ ਨੂੰ ਬਹੁਤ ਹੀ ਸੁਖਾਲਾ ਬਣਾ ਦਿੱਤਾ ਹੈ। ਉਹਨਾਂ ਨੂੰ ਇੱਕ ਸਧਾਰਨ ਅਰਜੀ ਫਾਰਮ ਤੇ ਆਪਣੀ ਮੁੱਢਲੀ ਜਾਣਕਾਰੀ ਭਰ ਕੇ ਇਹਨਾਂ ਸਕੀਮਾਂ ਦਾ ਲਾਭ ਮਿਲ ਜਾਂਦਾ ਹੈ। ਸਰਕਾਰ ਵੱਲੋਂ ਹੁਣ ਮਹੀਨਾ ਜੁਲਾਈ 2021 ਤੋਂ ਇਹ ਪੈਨਸ਼ਨ 1500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਸਮਾਜਿਕ ਸੁਰੱਖਿਆ ਸਕੀਮਾਂ ਅਧੀਨ ਇਸ ਸਮੇਂ ਪੰਜਾਬ ਰਾਜ ਵਿੱਚ 27 ਲੱਖ ਵਿਅਕਤੀ ਪੈਨਸ਼ਨ ਦਾ ਲਾਭ ਲੈ ਰਹੇ ਹਨ। ਸਰਕਾਰ ਵੱਲੋਂ ਜਿੱਥੇ ਇਨ੍ਹਾਂ ਸਕੀਮਾਂ ਅਧੀਨ ਪਹਿਲਾਂ ਮਹੀਨਾਵਾਰ 200 ਕਰੋੜ ਰੁਪਏ ਖਰਚ ਕੀਤੇ ਜਾਂਦੇ ਸਨ, ਹੁਣ ਪੈਨਸ਼ਨ ਦੀ ਰਾਸ਼ੀ ਦੁੱਗਣੀ ਹੋਣ ਨਾਲ ਮਹੀਨਾਵਾਰ 400 ਕਰੋੜ ਰੁਪਏ ਪ੍ਰਤੀ ਮਹੀਨਾ ਖਰਚਾ ਆਵੇਗਾ। ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਸਕੀਮਾਂ ਦੇ ਲਾਭਪਾਤਰੀਆਂ ਲਈ ਲਗਭਗ 4800 ਕਰੋੜ ਰੁਪਏ ਸਾਲਾਨਾ ਖਰਚ ਹੋਵੇਗਾ। ਮੈਂ ਉਮੀਦ ਕਰਦੀ ਹਾਂ ਕਿ ਸਮਾਜਿਕ ਸੁਰੱਖਿਆ ਸਕੀਮਾਂ ਅਧੀਨ ਦਿੱਤੀ ਜਾਂਦੀ ਪੈਨਸ਼ਨ ਦੀ ਰਾਸ਼ੀ ਦੁੱਗਣੀ ਹੋਣ ਨਾਲ ਬਜ਼ੁਰਗਾਂ, ਮਹਿਲਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਇੱਕ ਵੱਡੀ ਰਾਹਤ ਮਿਲੇਗੀ। ਮੈਂ ਵਿਸ਼ਵਾਸ ਦਿਵਾਉਂਦੀ ਹਾਂ ਕਿ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਦੇ ਪੈਨਸ਼ਨ ਲਾਭਪਾਤਰੀਆਂ ਦਾ ਹਰ ਤਰੀਕੇ ਨਾਲ ਰਹੇਗਾ ਅਤੇ ਤਕਨਾਲੋਜੀ ਦੇ ਸਹਾਰੇ ਸਰਕਾਰੀ ਸਕੀਮਾਂ ਦਾ ਲਾਭ ਉਹਨਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਕਦਮ ਉਠਾਏਗਾ। ਧੰਨਵਾਦ। थैंक यू मैडम। बेनती है मुख्य सकੱਤਰ पंजाब श्रीमती विनी महाजन जी ਨੂੰ कि वो इस राज पद्धरी समागम मौके अपने विचार साझे करन। मैडम वीडियो कॉन्फ्रेंस राही साडे नाल जुड़नगे। मुख्य सकੱਤਰ जी। मानयोग मुख्य मंत्री साहब, मंत्री साहबान, अज दे समागम विच जुड़े सारे पतवंते सज्जन साथियों, किसी भी समाज नूं, किसी भी प्रशासन नूं इस गल ते असैस किया जाता है कि वो अपने व्यक्तियों प्रति ने मुख्यमंत्री हदायतां मुताबिक पंजाब सरकार पूरी कोशिश कि पंजाब के लोड़वंद व्यक्तियों लई, चाहे औरतां दिव्यांगजन होन, चाहे होर कैटेगरीज के अंडर प्रिविलेज लोग होन, उन्हां लई वध तो वध सहूलतां दित्तियां जान और उन्हां नूं अपने पैरां ते खड़े होण लई हर तरीके सहयोग दित्ता।
ਜਿੱਥੇ ਕਈ ਕਿਸਮ ਦੀਆਂ ਸਕੀਮਾਂ ਬਣੀਆਂ ਨੇ, ਉੱਥੇ ਇੱਕ ਪੁਲਾਂਘ ਵੱਢੀ ਗਈ ਜੋ ਕਿ ਸਾਡੇ ਲੋੜਵੰਦ ਬਜ਼ੁਰਗਾਂ ਨੂੰ, ਵਿਧਵਾ ਔਰਤਾਂ ਨੂੰ, ਆਸ਼ਰਿਤ ਬੱਚਿਆਂ ਨੂੰ, ਦਿਵਿਆਂਗਜਨਾਂ ਨੂੰ ਪੈਨਸ਼ਨ ਦੀ ਰਾਸ਼ੀ ਦੁੱਗਣੀ ਕੀਤੀ ਗਈ ਹੈ। ਇਹਦੇ ਲਈ ਕਈ ਵਰਿਆਂ ਤੋਂ 4 ਸਾਲ ਲੱਗੇ ਉਹ ਰਿਸੋਰਸਸ ਤਿਆਰ ਕਰਦੇ, ਕਿਉਂਕਿ ਇਸ ਦੇ ਨਾਲ ਖਜ਼ਾਨੇ ਦੇ ਉੱਪਰ ਵੱਡਾ ਬੋਝ ਪੈਣਾ ਸੀ। ਲੇਕਿਨ ਪੰਜਾਬ ਸਰਕਾਰ ਨੇ ਉਹ ਵਿੱਤੀ ਸਾਧਨ ਵੀ ਤਿਆਰ ਕੀਤੇ ਔਰ ਉਹਨਾਂ ਨੂੰ ਅਰਪਿਤ ਕੀਤਾ ਇਹਨਾਂ ਲੋਕਾਂ ਵਾਸਤੇ, ਤਾਂ ਕਿ ਮਾਣ ਸਨਮਾਨ ਦਾ ਜੀਵਨ ਜੀ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ। ਇਸ ਦੇ ਨਾਲ ਨਾਲ ਮਹਿਕਮਾ ਸੋਸ਼ਲ ਸਿਕਿਉਰਿਟੀ ਇਹ ਵੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਪੈਨਸ਼ਨ ਲੱਗਣ ਲਈ ਕਿਸੇ ਨੂੰ ਖੱਜਲ ਖੁਆਰ ਨਾ ਹੋਣਾ ਪਏ, ਸੌਖੇ ਤਰੀਕੇ ਨਾਲ ਪੈਨਸ਼ਨ ਲੱਗ ਸਕੇ। ਜਿੱਥੇ ਸਾਰੇ ਫੀਲਡ ਆਫਿਸਰਸ ਇਸ ਮਹਿਕਮੇ ਦੇ ਕੋਸ਼ਿਸ਼ਾਂ ਕਰ ਰਹੇ ਨੇ ਕਿ ਹਰ ਐਲੀਜੀਬਲ ਬੈਨੀਫੀਸ਼ੀਅਰੀ ਨੂੰ ਆਪਣੀ ਪੈਨਸ਼ਨ ਛੇਤੀ ਔਰ ਸੁਖਾਲੇ ਤਰੀਕੇ ਨਾਲ ਸੈਂਕਸ਼ਨ ਹੋਏ, ਉੱਥੇ ਸੇਵਾ ਕੇਂਦਰਾਂ ਔਰ ਹੋਰ ਤਰੀਕਿਆਂ ਨਾਲ ਵੀ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਏ ਔਰ ਸਮੇਂ ਸਿਰ ਪੈਨਸ਼ਨ ਮਿਲਦੀ ਰਹੇ। ਕਿਉਂਕਿ ਅਕਸਰ ਵੇਖਣ ਵਿੱਚ ਆਇਆ ਸੀ ਪਿਛਲੇ ਸਮਿਆਂ ਵਿੱਚ ਕਿ ਕਈ ਮਹੀਨੇ ਦਾ ਦੇਰੀ ਹੋ ਜਾਂਦੀ ਸੀ, ਜਿਹਦੇ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ। ਹੁਣ ਹਰ ਮਹੀਨੇ ਸਮੇਂ ਤੇ ਪੈਨਸ਼ਨ ਮਿਲਦੀ ਹੈ ਔਰ ਨਵੇਂ ਪੈਨਸ਼ਨ ਦੇ ਹੱਕਦਾਰ ਬੜੇ ਹੀ ਸੌਖੇ ਤਰੀਕੇ ਨਾਲ ਆਪਣੀ ਪੈਨਸ਼ਨ ਮਨਜ਼ੂਰ ਕਰਵਾ ਸਕਦੇ ਨੇ। ਜਿੱਥੇ ਇਹ ਮਹਿਕਮਾ ਪੂਰੀ ਕੋਸ਼ਿਸ਼ਾਂ ਕਰ ਰਿਹਾ ਹੈ, ਉੱਥੇ ਮੈਂ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਪੰਜਾਬ ਸਰਕਾਰ ਦਾ ਹਰ ਮਹਿਕਮਾ, ਹਰ ਅਫਸਰ ਇਸ ਗੱਲ ਲਈ ਵਚਨਬੱਧ ਹੈ ਕਿ ਲੋੜਵੰਦ ਵਿਅਕਤੀਆਂ ਲਈ ਇਹ ਸਕੀਮਾਂ ਸੁਚੱਜੇ ਢੰਗ ਨਾਲ ਚਲਾਈਆਂ ਜਾਣ ਔਰ ਹਰ ਪੰਜਾਬ ਸਰਕਾਰ ਦਾ ਆਫਿਸਰ ਹਰ ਲੈਵਲ ਤੇ ਇਹ ਕੋਸ਼ਿਸ਼ ਜਾਰੀ ਰੱਖੇਗਾ ਕਿ ਇਹਨਾਂ ਸਕੀਮਾਂ ਦਾ ਲਾਭ ਸਹੀ ਤਰੀਕੇ ਨਾਲ ਲੋੜਵੰਦ ਵਿਅਕਤੀਆਂ ਨੂੰ ਮਿਲਦਾ ਰਹੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਹਿੰਦ। ਧੰਨਵਾਦ ਮੁੱਖ ਸਕੱਤਰ ਸਾਹਿਬ। ਹੁਣ ਬੇਨਤੀ ਹੈ ਮਾਨਯੋਗ ਮੰਤਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਰੁਣਾ ਚੌਧਰੀ ਜੀ ਨੂੰ ਕਿ ਉਹ ਆਪਣੇ ਵਿਭਾਗ ਦੇ ਇਨੀਸ਼ੀਏਟਿਵਸ ਅਤੇ ਪੈਨਸ਼ਨ ਵਾਅਦੇ ਬਾਰੇ ਚਾਨਣਾ ਪਾਉਣ। ਬਰਾਬਰੀ ਵਾਲਾ ਸਮਾਜ ਸਿਰਜਣ ਤੇ ਪੰਜਾਬ ਸਰਕਾਰ ਦੇ ਦ੍ਰਿੜ ਸੰਕਲਪ ਨੂੰ ਅੱਗੇ ਲੈ ਜਾਂਦੇ ਹੋਏ ਅੱਜ ਦੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਤੇ ਸਭ ਤੋਂ ਪਹਿਲੇ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜੀ ਆਇਆਂ ਆਖਦੀ ਹਾਂ, ਜਿਨ੍ਹਾਂ ਨੇ ਆਪਣੇ ਰੁਝੇਵਿਆਂ 'ਚੋਂ ਅੱਜ ਖਾਸ ਤੌਰ ਤੇ ਟਾਈਮ ਕੱਢ ਕੇ ਆਪਣੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ ਹੈ। ਇਹਨਾਂ ਦੇ ਨਾਲ ਮਿਨਿਸਟਰ ਮਨਪ੍ਰੀਤ ਬਾਦਲ ਜੀ, ਹੈਲਥ ਮਿਨਿਸਟਰ ਬਲਬੀਰ ਸਿੱਧੂ ਜੀ और पब्लिक हेल्थ और ट्रांसपोर्ट मंत्री रज़िया सुल्ताना जी और ਵੱਖ-ਵੱਖ ਕੋਨਿਆਂ ਤੋਂ जुड़े मेरे साथी मिनिस्टर साहिबान, MLA साहिबान, चुने हुए पब्लिक रिप्रजेंटेटिव्स और सारे बेनीफिशरीज, ਅੱਜ ਦਾ ਸਾਰਿਆਂ ਨੂੰ ਮੈਂ ਇੱਥੇ ਇਸ ਪ੍ਰੋਗਰਾਮ ਜਿਹੜੇ VC ਰਾਹੀਂ ਜੁੜੇ ਹੋਏ ਨੇ ਔਰ ਇੱਥੇ ਬੈਠੇ ਨੇ, ਮੈਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਸਾਰੇ ਵਰਗਾਂ ਦੀ ਆਰਥਿਕ ਤੇ ਸਮਾਜਿਕ ਬਰਾਬਰੀ ਲਈ ਯਤਨਸ਼ੀਲ ਪੰਜਾਬ ਸਰਕਾਰ ਅੱਜ ਦੇ ਦਿਨ ਸਮਾਜਿਕ ਸੁਰੱਖਿਆ ਪੈਨਸ਼ਨ ਦੁੱਗਣੀ ਕਰਕੇ ਨਾ ਸਿਰਫ ਇੱਕ ਨਵਾਂ ਇਤਿਹਾਸ ਰਚਿਆ ਹੈ, ਬਲਕਿ ਬਜ਼ੁਰਗਾਂ, ਦਿਵਿਆਂਗ ਜਨਾਂ ਤੇ ਵਿਧਵਾਵਾਂ, ਆਸ਼ਰਿਤ ਔਰਤਾਂ ਔਰ ਬੇਸਹਾਰਾ ਬੱਚਿਆਂ ਨੂੰ ਸਮਾਜ ਦੇ ਮੁੱਖ ਧਾਰਾ ਨਾਲ ਜੋੜਨ ਦਾ ਇੱਕ ਬਹੁਤ ਵੱਡਾ ਇੱਕ ਉਪਰਾਲਾ ਕੀਤਾ। ਮੈਨੂੰ ਇਹ ਦੱਸਦੇ ਬਹੁਤ ਹੀ ਮਾਣ ਹੈ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਸਰਕਾਰ ਨੇ ਬੁਢਾਪਾ ਪੈਨਸ਼ਨ ਦੀ ਰਾਸ਼ੀ ਮੌਜੂਦਾ 750 ਰੁਪਏ ਤੋਂ ਦੁੱਗਣੀ ਕਰਕੇ 1 ਜੁਲਾਈ 2021 ਤੋਂ 1500 ਰੁਪਇਆ ਕਰ ਦਿੱਤੀ ਹੈ ਔਰ ਇਹ ਲਾਭ ਜਿਹੜਾ ਹੈ ਇਹ 27 ਲੱਖ ਬੈਨੀਫਿਸ਼ਰੀਜ਼ ਨੇ ਜਿਨ੍ਹਾਂ ਨੂੰ ਮਿਲੇਗਾ। ऑफ कोर्स आई वॉन्ट टू थैंक आवर फाइनेंस मिनिस्टर मनप्रीत बादल जी, जिन्हों की बहुत बड़ा कॉन्ट्रीब्यूशन है, क्योंकि फाइनेंस के बिना अपना कोई भी प्रोग्राम जड़ा आगे नहीं चल सकता। सो मैं उन्होंने भी बहुत बहुत स्पैशल खास तौर पर मैं उन्होंने धन्यवाद करती हाँ।
ਪੰਜਾਬ ਸਰਕਾਰ ਵੱਲੋਂ ਜਿੱਥੇ ਪੈਨਸ਼ਨ ਦੀਆਂ ਸਕੀਮਾਂ ਅਧੀਨ, ਜਿਵੇਂ ਪਹਿਲੇ ਕਿ ਮੇਰੇ ਤੋਂ ਪਹਿਲੇ ਵਿਨੀ ਜੀ ਔਰ ਰਾਜੇਸ਼ ਸ਼੍ਰੀਵਾਸਤਵ ਮੇਰੇ ਪ੍ਰਿੰਸੀਪਲ ਸੈਕਟਰੀ ਨੇ ਵੀ ਕਿਹਾ ਕਿ 200 ਕਰੋੜ ਰੁਪਇਆ ਪਰ ਮੰਥ ਇਹਦੇ ਤੇ ਖਰਚ ਕੀਤਾ ਜਾਂਦਾ ਸੀ, ਜਿਹੜਾ ਕਿ ਹੁਣ 400 ਕਰੋੜ ਰੁਪਇਆ ਪਰ ਮਹੀਨੇ ਖਰਚਿਆ ਜਾਏਗਾ ਔਰ ਸਾਲਾਨਾ ਐਨੂਅਲ ਬਜਟ ਜਿਹੜਾ ਹੈ ਉਹ 4800 ਕਰੋੜ ਰੁਪਇਆ ਜਿਹੜਾ ਜਾਏਗਾ, ਜੋ ਕਿ ਇੱਕ ਬਜਟ ਦਾ ਬਹੁਤ ਵੱਡਾ ਹਿੱਸਾ ਹੈ, ਇੱਕ ਅਹਿਮ ਹਿੱਸਾ। ਇਹੀ ਨਹੀਂ, ਇਸ 4.5 ਸਾਲ ਦੇ ਦੌਰਾਨ ਜਦੋਂ ਦੀ ਸਾਡੀ ਸਰਕਾਰ ਬਣੀ ਹੈ, ਬਹੁਤ ਹੀ ਹਿਸਟੋਰੀਕਲ ਔਰ ਆਈਕੋਨਿਕ ਫੈਸਲੇ ਮੁੱਖ ਮੰਤਰੀ ਜੀ ਨੇ ਕਰਵਾਏ ਕਿ ਜਿਨ੍ਹਾਂ ਵਿੱਚ ਸਭ ਤੋਂ ਪਹਿਲੇ ਚਾਹੇ ਉਹ ਵਿਮਨ ਔਰਤ ਮਹਿਲਾਵਾਂ ਦੇ ਸ਼ਕਤੀਕਰਨ ਦੀ ਗੱਲ ਹੋਵੇ, ਚਾਹੇ ਸਾਡੇ ਪੰਜਾਬ ਦੀਆਂ ਧੀਆਂ ਦੀ 33% ਜਿਹੜੀ ਸਰਕਾਰੀ ਨੌਕਰੀਆਂ ਦੇ ਵਿੱਚ ਉਹ ਰਾਖਵਾਂਕਰਨ ਹੋਵੇ, ਉਹਨਾਂ ਦਾ ਟਰਾਂਸਪੋਰਟ ਦੇ ਵਿੱਚ ਪੰਜਾਬ ਦੀ ਸਰਕਾਰੀ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਹੋਵੇ ਔਰ ਅਰਬਨ ਔਰ ਲੋਕਲ ਬਾਡੀਜ਼ ਔਰ ਰੂਰਲ ਐਂਡ ਡਿਵੈਲਪਮੈਂਟ ਬਾਡੀਜ਼ ਦੇ ਵਿੱਚ 50% ਦਾ ਰਾਖਵਾਂਕਰਨ ਪੋਲੀਟੀਕਲ ਲੈਵਲ 'ਤੇ ਵੀ ਹੋਏ, ਤਾਂ ਕਿ ਪੋਲੀਟੀਕਲੀ ਵੀ ਉਹਨਾਂ ਦੀ ਕੁਝ ਕਹਿਣ ਦੀ ਤਾਕਤ ਉਹਨਾਂ ਨੂੰ ਮਿਲ ਸਕੇ। ਔਰ ਇਸ ਤੋਂ ਬਾਅਦ ਮੈਂ ਦੁਬਾਰਾ ਕੈਪਟਨ ਸਾਹਿਬ ਦਾ, ਮੁੱਖ ਮੰਤਰੀ ਜੀ ਦਾ ਔਰ ਐਫਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਪੰਜਾਬ ਦੇ ਵਿੱਚ ਸਾਡੇ ਡਿਪਾਰਟਮੈਂਟ ਦੇ ਵਿੱਚ 50,000 ਤੋਂ ਜ਼ਿਆਦਾ ਆਂਗਨਵਾੜੀ ਵਰਕਰਸ ਜਿਹੜੇ ਕੰਮ ਕਰਦੇ ਨੇ, ਜਿਹੜੇ 155 ਬਲਾਕਸ ਦੇ ਨੂੰ ਸਾਰੇ ਜਿਹੜੇ ਪ੍ਰੋਗਰਾਮ ਗਵਰਨਮੈਂਟ ਏਡਿਡ ਸਕੀਮਸ ਨੇ ਉਹਨਾਂ ਨੂੰ ਦੇਖਦੇ ਨੇ। ਉਹਨਾਂ ਦੀ ਮੰਗ ਬੜੀ ਦੇਰ ਤੋਂ ਚਲੀ ਆ ਰਹੀ ਸੀ ਕਿ ਉਹਨਾਂ ਦਾ ਮਾਨ ਪੱਤਾ ਜਿਹੜਾ ਆ ਉਹ ਵਧਾਇਆ ਜਾਏ। ਸੋ ਅਸੀਂ ਪਿਛਲੇ ਹਫਤੇ ਫੈਸਲਾ ਕਰ ਦਿੱਤਾ ਕਿ ਉਹਨਾਂ ਦੇ ਮਾਨ ਪੱਤੇ 'ਚ ਵੀ ਵਾਧਾ ਕੀਤਾ ਗਿਆ ਹੈ, ਜਿਹੜੀ ਕਿ ਇੱਕ ਬਹੁਤ ਵੱਡੀ ਇੱਕ ਉਪਲਬਧੀ ਹੈ ਸਰਕਾਰ ਦੀ। ਔਰ ਸਾਡੀ ਹਮੇਸ਼ਾ ਹੀ ਡਿਪਾਰਟਮੈਂਟ ਦੀ ਸੀਐਮ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਹਮੇਸ਼ਾ ਹਰ ਇੱਕ ਵਰਗ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹ ਡਿਪਾਰਟਮੈਂਟ ਸੋਸ਼ਲ ਸਿਕਿਉਰਿਟੀ, ਵਿਮਨ ਐਂਡ ਚਾਈਲਡ ਡਿਵੈਲਪਮੈਂਟ, ਇਹ ਕੋਈ ਰੈਵਨਿਊ ਜਨਰੇਟਿੰਗ ਮਹਿਕਮਾ ਨਹੀਂ ਹੈ। ਇਹ ਪੋਰਟਫੋਲੀਓ ਹੈ ਜਿਹੜਾ ਸੋਸ਼ਲ ਸਰਵਿਸ ਦੇ ਨਾਲ ਜੁੜਿਆ ਹੈ। ਅਸੀਂ ਸਿਰਫ ਸੋਸ਼ਲ ਸਰਵਿਸ, ਸਮਾਜ ਦੀ ਸੇਵਾ ਕਰ ਸਕਦੇ ਹਾਂ, ਜਿਹਦੇ ਵਿੱਚ ਬੜੀ ਧੀਰਜ ਤੇ ਔਰ ਬੜੇ ਉਹਦੀ ਸਹਿਜਤਾ ਦੇ ਨਾਲ ਅਸੀਂ ਕਰ ਸਕਦੇ ਹਾਂ। ਸੋ ਜੇ ਸਹੀ ਮਾਇਨੇ ਵਿੱਚ ਸੋਚੀਏ ਤੇ ਮੈਨੂੰ ਇਹ ਦੱਸਦੇ ਖੁਸ਼ੀ ਕਿ ਚਾਹੇ ਹਾਂ ਕਿ ਬੁਢਾਪਾ ਪੈਨਸ਼ਨ ਅਸੀਂ ਦੁੱਗਣੀ ਕਰ ਦਿੱਤੀ ਹੈ, ਲੇਕਿਨ ਅਸੀਂ ਅਗਰ ਡੀਪਲੀ ਇਹਨੂੰ ਸੋਚੀਏ ਤੇ ਜਦੋਂ 2017 'ਚ ਸਾਡੀ ਸਰਕਾਰ ਬਣੀ ਸੀ ਉਦੋਂ 500 ਰੁਪਇਆ ਪੈਨਸ਼ਨ ਹੁੰਦੀ ਸੀ ਤੇ ਸਾਡੇ ਇਹਨਾਂ ਹੀ 4.5 ਸਾਲਾਂ ਦੇ ਵਿੱਚ ਇਹ ਤਿਗਣੀ ਹੋ ਗਈ ਹੈ, 500 ਤੋਂ ਵੱਧ ਕੇ 1500 ਰੁਪਇਆ ਕਰ ਦਿੱਤੀ ਹੈ। ਸੋ ਇਹ ਹੋਰ ਵੀ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ। ਬਾਕੀ ਜਿਵੇਂ ਕਿ ਵਿਨੀ ਜੀ ਨੇ ਔਰ ਰਾਜੀ ਜੀ ਨੇ ਵੀ ਦੱਸਿਆ ਕਿ ਪੈਨਸ਼ਨ ਦੀ ਸਕੀਮਾਂ ਅਸੀਂ ਕਈ ਵਾਰੀ ਹੋਰ ਸਕੀਮਾਂ ਸਰਕਾਰ ਦੀਆਂ ਬਹੁਤ ਬਣਾ ਦਿੰਦੇ ਹਾਂ, ਲੇਕਿਨ ਆਮ ਤੌਰ 'ਤੇ ਜਿਹੜੇ ਡਿਜ਼ਰਵ ਕਰਦੇ ਨੇ ਉਹਨਾਂ ਤੱਕ ਪਹੁੰਚਦੀਆਂ ਨਹੀਂ ਹੈ। ਸੋ ਇਹ ਸਕੀਮ ਐਸੀ ਹੈ ਕਿ ਅਸੀਂ ਇਹਨੂੰ ਹੋਰ ਵੀ ਸਖੱਲਾ ਬਣਾਉਣ ਵਾਸਤੇ, ਹੋਰ ਵੀ ਈਜ਼ੀ ਤਰੀਕਾ ਕਰਨ ਵਾਸਤੇ ਅਸੀਂ ਇਹਨੂੰ ਇੱਕ ਬਹੁਤ ਹੀ ਸਧਾਰਨ ਜਿਹੇ ਫਾਰਮ ਦੇ ਉੱਤੇ ਇੱਕ ਮੁੱਢਲੀ ਜਾਣਕਾਰੀ ਲੈਂਦੇ ਹਾਂ। ਉਹਦੇ ਬਾਅਦ ਇਹ ਕਿਸੇ ਵੀ ਸੇਵਾ ਕੇਂਦਰ ਦੇ ਵਿੱਚ, CDPO ਆਫਿਸ 'ਚ ਜਾਂ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਆਫਿਸ ਦੇ ਵਿੱਚ ਜਾ ਕੇ ਆਪਣੇ ਫਾਰਮ ਜਮ੍ਹਾਂ ਕਰਾ ਸਕਦੇ ਨੇ ਤੇ ਉਹਨਾਂ ਦੀ ਪੈਨਸ਼ਨ ਜਿਹੜੀ ਆਨਲਾਈਨ ਹੋ ਜਾਏਗੀ। ਇਹ ਇੱਕ ਬਹੁਤ ਵੱਡਾ ਉਪਰਾਲਾ ਸਾਡੀ ਸਰਕਾਰ ਨੇ ਕੀਤਾ ਆ ਔਰ ਮੈਂ ਇਹਦੇ ਵਿੱਚ ਮੁੱਖ ਮੰਤਰੀ ਜੀ ਦਾ ਵੀ ਬਹੁਤ ਇਹਦੇ ਵਿੱਚ ਵੱਡਾ ਰੋਲ ਹੈ, ਵੱਡਾ ਯੋਗਦਾਨ ਹੈ। ਇਹਨਾਂ ਨੂੰ ਮੈਂ ਖਾਸ ਤੌਰ 'ਤੇ ਧੰਨਵਾਦ ਕਰਨਾ ਚਾਹਾਂਗੀ ਕਿ ਆਪਣਾ ਇੱਕ ਚੋਣਾਂ ਦਾ ਇਲੈਕਸ਼ਨ ਮੈਨੀਫੈਸਟੋ ਦਾ ਇੱਕ ਬਹੁਤ ਵੱਡਾ ਵਾਅਦਾ ਜਿਹੜਾ ਹੈ ਉਹ ਪੂਰਾ ਕੀਤਾ। ਉਹਦੇ ਨਾਲ ਹੀ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੇ ਆਪਣੇ ਸੁਪਨੇ ਨੂੰ ਵੀ ਪੂਰਾ ਕਰਨ ਲਈ ਇੱਕ ਬਹੁਤ ਵੱਡਾ ਕਦਮ ਜਿਹੜਾ ਆ ਪੰਜਾਬ ਸਰਕਾਰ ਨੇ ਚੁੱਕਿਆ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਮੈਡਮ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਇੱਕ ਸ਼ਾਰਟ ਵੀਡੀਓ ਤਿਆਰ ਕੀਤੀ ਹੈ। ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ, ਦਿੱਤੀਆਂ ਜਾ ਰਹੀਆਂ ਪੈਨਸ਼ਨਾਂ ਤੇ ਉਹਨਾਂ ਤੋਂ ਲਾਭਪਾਤਰੀਆਂ ਨੂੰ ਪਹੁੰਚ ਰਹੇ ਫਾਇਦਿਆਂ ਬਾਰੇ ਇਸ ਵਿੱਚ ਜਾਣਕਾਰੀ ਹੈ। ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸ਼ਾਰਟ ਵੀਡੀਓ।
ਜ਼ਿੰਦਗੀ ਵਕਤ ਦੇ ਪਈਏ ਨਾਲ ਜਿਵੇਂ ਇੱਕ ਜੰਗ, ਕੀ ਪਾਇਆ ਕੀ ਗਵਾਇਆ। ਕਦੇ ਕਦੇ ਇਹ ਹਿਸਾਬ ਕਿਤਾਬ ਪਿੱਛੇ ਛੁੱਟ ਜਾਂਦੇ ਹਨ ਤੇ ਸਾਡੀ ਆਸ ਰਹਿ ਸਿਰਫ ਇੱਕ ਸਾਹ, ਜੋ ਰੋਟੀ ਪਾਣੀ ਦੇ ਫਿਕਰਾਂ ਥੱਲੇ ਨਾ ਕੁੱਟਿਆ ਹੋਵੇ। ਕਿਸੇ ਕਿਸੇ ਲਈ ਬਸ ਇਹੀ ਬਹੁਤ ਹੈ। ਜਿਵੇਂ ਜਰਨੈਲ ਸਿੰਘ ਮੋਹਾਲੀ ਦੇ ਪਿੰਡ ਦੈੜੀ ਦਾ ਵਾਸੀ, ਪੋਲੀਓ ਦੇ ਕਾਰਨ ਦਿਵਿਆਂਗ, ਤੇ ਪਤਨੀ ਕਰਮਜੀਤ ਕੌਰ ਦੀ ਵੀ ਖੱਬੀ ਬਾਂਹ ਤੇ ਸੱਜੀ ਲੱਤ ਕੰਮ ਨਹੀਂ ਕਰਦੇ, ਭਾਰ ਨਹੀਂ ਚੱਲ ਸਕਦੇ। ਬਜ਼ੁਰਗ ਮਾਂ ਹੈ ਘਰ ਵਿੱਚ, ਨਹੀਂ ਸਕਦੀ, ਤੇ ਇੱਕ ਬੇਟਾ ਹੈ ਦੀ ਮਿਹਰ ਨਾਲ ਠੀਕ ਤਾਂ ਹੈ ਪਰ ਹਜੇ ਸਕੂਲ 'ਚ ਪੜ੍ਹ ਰਿਹਾ ਹੈ। ਸੋ ਇਸ ਪਰਿਵਾਰ ਦੀ ਪਰੇਸ਼ਾਨੀ ਕੀ ਹੈ? ਕੰਮ ਕੌਣ ਕਰੇ, ਕਮਾਈ ਕਿਵੇਂ ਹੋਵੇ? ਇਹ ਸਵਾਲ ਸਾਰੀ ਉਮਰ ਇਹਨਾਂ ਨੂੰ ਫਿਕਰਾਂ 'ਚ ਪਾਉਂਦੇ ਆਏ ਨੇ, ਚਿਹਰਿਆਂ ਤੇ ਲਕੀਰਾਂ ਬਣਾਉਂਦੇ ਆਏ ਨੇ। ਇਹ ਦੋਵੇਂ ਕਦੇ ਰਿਸ਼ਤੇਦਾਰਾਂ ਤੋਂ ਮਾਲੀ ਮਦਦ ਨਾਲ ਤੇ ਕਦੇ ਛੋਟੇ-ਮੋਟੇ ਸਿਲਾਈ ਦੇ ਕੰਮਾਂ ਨਾਲ ਬਸ ਕਿਸੇ ਤਰੀਕੇ ਨਾਲ ਜ਼ਿੰਦਗੀ ਦੀ ਗੱਡੀ ਖਿੱਚਦੇ ਆਏ ਨੇ। ਇਹਨਾਂ ਹਾਲਾਤਾਂ ਵਿੱਚ ਬਸ ਇੱਕ ਸਹਾਰਾ ਐਸਾ ਹੈ ਜੋ ਹਰ ਮਹੀਨੇ ਬਿਨਾਂ ਮੰਗੇ ਇਹਨਾਂ ਤੱਕ ਪਹੁੰਚ ਜਾਂਦਾ ਹੈ। ਉਹ ਹੈ ਪੰਜਾਬ ਸਰਕਾਰ ਦੀ ਪੈਨਸ਼ਨ। ਦਿਵਿਆਂਗਾਂ ਤੇ ਬਜ਼ੁਰਗਾਂ ਲਈ ਇਸ ਪੈਨਸ਼ਨ ਦੀ ਰਕਮ ਹੀ ਇਸ ਘਰ ਦੀ ਬਰਕਤ ਹੈ, ਨਿਮਤ ਹੈ, ਉਮੀਦ ਹੈ। ਤੇ ਹੁਣ ਇਹ ਉਮੀਦ ਹੋ ਗਈ ਹੈ ਦੁਗਣੀ। 750 ਰੁਪਇਆ ਪੈਨਸ਼ਨ ਮਿਲਦੀ ਹੈ ਜੀ ਸਾਨੂੰ। 1500 ਰੁਪਇਆ ਪੰਜਾਬ ਸਰਕਾਰ ਨੇ ਕੀਤਾ ਜੀ, ਕੈਪਟਨ ਅਮਰਿੰਦਰ ਸਿੰਘ ਨੇ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਘਰ ਕਾਨੂੰਨ ਤੇਲ ਅਸੀਂ ਪੈਨਸ਼ਨ ਦੇ ਸਿਰ ਤੇ ਲਿਆਂਦੇ ਹਾਂ। ਬਾਕੀ ਜਿਸ ਤਰ੍ਹਾਂ ਮਾੜਾ ਮੋਟਾ ਕੰਮ ਸਿਲਾਈ ਦਾ ਕਰਦੇ ਹਾਂ, ਜਿਸ ਤਰ੍ਹਾਂ ਕਿਸੇ ਪੱਲੀ ਪੱਲੜ ਬਣਾ ਲਈਦਾ ਜਾਂ ਕੋਈ ਰਿਪੇਅਰ ਦਾ ਕੰਮ ਆ ਗਿਆ ਜੀ, ਫਟਿਆ ਪੁਰਾਣਾ ਕੱਪੜਾ ਹੈ ਉਹ ਸਿਲਾਈ ਕਰ ਦਈਦਾ। ਬਸ ਇਹਦੇ ਨਾਲ ਇਹੀ ਗੁਜ਼ਾਰਾ ਹੈ ਸਾਡਾ ਤਾਂ। ਬਾਕੀ ਸਭ ਤੋਂ ਬੜੀ ਬਾਤ ਹੈ ਜੀ, ਸਾਡੇ ਕੋਲ ਪੈਨਸ਼ਨ ਨਾ ਆਵੇ ਤਾਂ ਸਾਡਾ ਗੁਜ਼ਾਰਾ ਬਿਲਕੁਲ ਨਹੀਂ ਹੁੰਦਾ ਜੀ। ਇੱਕ ਸਾਡੇ ਕੋਲ ਬੱਚਾ ਹੈਗਾ, ਉਹਦੀ ਵੀ ਫੀਸ ਉਸ ਵਿੱਚ ਜਾਂਦੀ ਪੈਨਸ਼ਨ ਮਦੇ। ਜਿਸ ਤਰ੍ਹਾਂ ਮਾਤਾ ਜੀ ਸਾਡੀ, ਅਸੀਂ 4 ਜੀ ਅਮਲ ਘਰ ਦੇ, ਉਹਦੇ ਨਾਲ ਹੀ ਗੁਜ਼ਾਰਾ ਕਰਦੇ ਹਾਂ ਜੀ। ਇਹ ਜੀ ਜਿਹੜੀ 1500 ਰੁਪਏ ਪੈਨਸ਼ਨ ਮਿਲਦੀ ਹੈ ਜੀ, ਉਹਦੇ ਵਿੱਚੋਂ ਅਸੀਂ ਆਪਣੇ ਘਰ ਦੇ ਸੌਦੇ ਲਿਆਉਂਦੇ ਹਾਂ ਜੀ, ਦੁੱਧ ਦੇ ਦਿੰਦੇ ਹਾਂ ਜੀ। ਕਈ ਵਾਰ ਸਿਲੰਡਰ ਖਤਮ ਹੋ ਗਿਆ ਜੀ, ਬੱਚੇ ਦਾ ਸਕੂਲ ਦੀ ਫੀਸ ਜੀ, ਮਾਤਾ ਨੂੰ ਵੀ ਦੇਖਣਾ ਹੈ ਜੀ, ਫਿਰ ਅਸੀਂ ਆਪਣੀ ਵੀ ਦਵਾਈ ਬੂਟੀ ਲੈਣੀ ਹੈ। ਸਾਡਾ ਗੁਜ਼ਾਰਾ ਵਧੀਆ ਚੱਲਦਾ ਜੀ। ਜੀ ਹਾਂ, ਸੱਚਮੁੱਚ ਸਦਕੇ ਇਸ ਪੰਜਾਬ ਸਰਕਾਰ ਦੇ, ਜਿਨੇ 1 ਜੁਲਾਈ 2021 ਤੋਂ ਸੋਸ਼ਲ ਸਿਕਿਉਰਿਟੀ ਮੰਥਲੀ ਪੈਨਸ਼ਨ ਨੂੰ 750 ਤੋਂ 1500 ਰੁਪਏ ਤੱਕ ਵਧਾ ਕੇ ਬਜ਼ੁਰਗਾਂ, ਦਿਵਿਆਂਗਾਂ, ਵਿਧਵਾਵਾਂ ਤੇ ਬੇਸਹਾਰਾ ਔਰਤਾਂ ਤੇ ਬੱਚਿਆਂ ਲਈ ਜ਼ਿੰਦਗੀ ਦਾ ਰੁੱਖਾਪਣ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਫਾਈਨੈਂਸ਼ੀਅਲ ਈਅਰ ਯਾਨੀ ਕਿ 2021-22 'ਚ ਪੰਜਾਬ ਸਰਕਾਰ ਸੋਸ਼ਲ ਸਿਕਿਉਰਿਟੀ ਪੈਨਸ਼ਨ ਤੇ 4800 ਕਰੋੜ ਖਰਚ ਕਰ ਰਹੀ ਹੈ, ਜੋ ਕਿ ਪਿਛਲੇ ਕੁਝ ਸਾਲਾਂ ਤੋਂ ਦੁੱਗਣੀ ਰਕਮ ਹੈ। ਪਿਛਲੇ ਸਾਲ ਕਰੀਬ 25.97 ਲੱਖ ਲੋਕਾਂ ਨੂੰ ਸੋਸ਼ਲ ਸਿਕਿਉਰਿਟੀ ਪੈਨਸ਼ਨ ਦਾ ਫਾਇਦਾ ਹੋਇਆ ਸੀ ਤੇ ਇਸ ਸਾਲ 27 ਲੱਖ ਇਸ ਪੈਨਸ਼ਨ ਦਾ ਫਾਇਦਾ ਚੁੱਕ ਰਹੇ ਹਨ। ਜਿਵੇਂ ਬਿੰਦਰ ਕੌਰ, ਉਮਰ 42 ਸਾਲ, ਪਿੰਡ ਦੈੜੀ। 6 ਮਹੀਨੇ ਪਹਿਲਾਂ ਬਿੰਦਰ ਦੀ ਜ਼ਿੰਦਗੀ 'ਚ ਹਨੇਰਾ ਛਾ ਗਿਆ। ਇੱਕ ਹਾਦਸੇ 'ਚ ਇਹਨਾਂ ਦੇ ਪਤੀ ਦੀ ਮੌਤ ਹੋ ਗਈ। ਦੁੱਧ ਵੇਚਣ ਤੋਂ ਇਲਾਵਾ ਬਿੰਦਰ ਲਈ ਕਮਾਈ ਦਾ ਕੋਈ ਸਾਧਨ ਨਹੀਂ ਤੇ ਹੁਣ ਅੱਜ ਹੀ ਮੈਨੂੰ ਪਤਾ ਲੱਗਿਆ ਹੈ ਕਿ ਇਹਨਾਂ ਦੀ ਵਿਧਵਾ ਪੈਨਸ਼ਨ ਦੀ ਅਰਜ਼ੀ ਕਬੂਲ ਹੋ ਗਈ ਹੈ। ਭਾਵਨਾਵਾਂ 'ਚ ਹੰਝੂ ਉਮੜ ਆਏ ਹਨ, ਪਰ ਕਿਤੇ ਦਿਲ 'ਚ ਇੱਕ ਆਸ ਵੀ ਮੁਸਕਰਾਈ ਹੈ। मैं 6 ਮਹੀਨੇ ਤੋਂ ਵਿਧਵਾ ਹੋ ਚੁੱਕੀ ਹਾਂ। ਅੱਜ ਮੇਰੀ ਪੈਨਸ਼ਨ ਮਨਜ਼ੂਰ ਹੋਈ ਹੈ। ਵੀ ਮੇਰੇ ਘਰ 'ਚ ਇੱਕ ਮੇਰੀ ਨੂੰਹ ਹੈ, ਇੱਕ ਮੇਰਾ ਬੇਟਾ ਹੈ। ਮੈਂ ਡੰਗਰਾਂ ਦੇ ਸਿਰ ਤੇ ਗੁਜ਼ਾਰਾ ਕਰਦੀ ਹਾਂ ਜੀ। ਵੀ 1500 ਮੇਰੀ ਪੈਨਸ਼ਨ ਮਨਜ਼ੂਰ ਹੋਈ ਹੈ। ਧੰਨਵਾਦ ਕਰਦੀ ਹਾਂ ਮੈਂ ਕੈਪਟਨ ਅਮਰਿੰਦਰ ਦਾ, ਜਿਨ੍ਹਾਂ ਨੇ ਪੈਨਸ਼ਨ ਦਿੱਤੀ ਮੈਨੂੰ। ਇਨਸਾਨ ਦਾ ਜ਼ਿੰਦਾ ਰਹਿਣਾ ਇੱਕ ਗੱਲ ਹੈ, ਪਰ ਸਵੇ ਮਾਨ ਨਾਲ ਜ਼ਿੰਦਗੀ ਬਤੀਤ ਕਰਨਾ ਦੂਜੀ ਗੱਲ। ਬਜ਼ੁਰਗ ਜਾਂ ਬੇਸਹਾਰਾ ਹੋਣ ਦਾ ਇਹ ਮਤਲਬ ਤਾਂ ਬਿਲਕੁਲ ਨਹੀਂ ਕਿ ਦੂਜਿਆਂ ਤੇ ਨਿਰਭਰ ਹੋ ਜਾਓ, ਖਾਸ ਕਰਕੇ ਜਦ ਬਜ਼ੁਰਗਾਂ ਲਈ ਪੈਨਸ਼ਨ ਦਾ ਨਿੱਘਾ ਸਹਾਰਾ ਹੈ। ਪਹਿਲਾਂ ਪੈਨਸ਼ਨ 750 ਮਿਲਦੀ ਸੀ, ਹੁਣ 1500। ਆਪਣੇ ਬੱਚਿਆਂ ਦੇ ਹੱਥਾਂ ਕੰਨੀ ਨਹੀਂ ਦੇਖਣਾ ਪੈਂਦਾ, ਸਭ ਲੱਗ ਹੈ। ਵਡੇਪਾ ਪਿਆ ਬਾਹਰ ਵੀ ਉਹ ਪੈਸੇ ਦਾ ਸਾਨੂੰ ਆਹ ਫਾਇਦਾ ਹੈ ਵੀ ਅਸੀਂ ਆਪਣੀ ਦਵਾਈ ਬੂਟੀ ਲੈ ਸਕਦੇ, ਕਿਤੇ ਜਾਣਾ ਖਰਚਾ ਕਰ ਸਕਦੇ ਹਾਂ, ਦੇਣਾ ਲੈਣਾ ਧੀਆਂ ਭੈਣਾਂ ਦਾ ਜਾਣਾ, ਕਿਸੇ ਦੀ ਮਿਹਨਤ ਕਰਨੇ ਦੀ ਲੋੜ ਨਹੀਂ ਹੁੰਦੀ। ਨਹੀਂ ਫਿਰ ਬੱਚਿਆਂ ਮੂਹਰੇ ਹੱਥ ਅੱਡਣਾ ਲੱਗਦਾ। ਹੁਣ ਗਾਹਾਂ ਵਕਤ ਤੁਹਾਨੂੰ ਪਤਾ ਹੀ ਹੈ ਵੀ ਕਿਹੋ ਜਿਹਾ ਵਕਤ ਹੈ। ਸਾਡੇ ਦੇਸ਼ 'ਚ ਜਿੱਥੇ 1500 ਪ੍ਰਤੀ ਮਹੀਨਾ ਕੁਝ ਲੋਕਾਂ ਲਈ ਮਹਿਜ਼ ਇੱਕ ਸਮੇਂ ਦੀ ਖਾਣੇ ਦਾ ਖਰਚਾ ਹੋ ਸਕਦਾ ਹੈ, ਉੱਥੇ ਹੀ
ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਲਈ ਇਸ ਰਕਮ ਨਾਲ ਇੱਕ ਪਰਿਵਾਰ ਪੂਰਾ ਮਹੀਨਾ ਪੇਟ ਭਰ ਸਕਦਾ ਹੈ, ਜ਼ਰੂਰਤ ਦੀਆਂ ਚੀਜ਼ਾਂ ਖਰੀਦ ਸਕਦਾ ਹੈ ਤੇ ਆਤਮ ਨਿਰਭਰ ਕਹਿਲਾਉਣ ਦਾ ਮਾਣ ਵੀ ਰੱਖ ਸਕਦਾ ਹੈ। 25 ਸਾਲਾਂ ਦਾ ਗੁਰਪ੍ਰੀਤ ਸਿੰਘ ਇਸੇ ਮਾਣ ਨਾਲ ਆਪਣੇ ਪਿੰਡ ਦੀਆਂ ਗਲੀਆਂ 'ਚ ਘੁੰਮਦਾ ਫਿਰਦਾ ਹੈ ਤੇ ਸਾਰਿਆਂ ਤੋਂ ਲਾਡ ਬਟੋਰਦਾ ਫਿਰਦਾ ਹੈ। ਮਾਨਸਿਕ ਤੌਰ ਤੇ ਕਮਜ਼ੋਰ ਗੁਰਪ੍ਰੀਤ ਆਪਣੀ ਹੀ ਉਲਝਣਾਂ 'ਚ ਪਤਾ ਨਹੀਂ ਕਿਹੜੇ ਸਵਾਲਾਂ ਦੇ ਜਵਾਬ ਲੱਭ ਰਿਹਾ ਹੈ, ਪਰ ਇੱਕ ਸਵਾਲ ਜਿਹਦਾ ਸ਼ਾਇਦ ਉਹਨੂੰ ਕਦੇ ਵੀ ਜਵਾਬ ਲੱਭਣ ਦੀ ਲੋੜ ਨਹੀਂ ਪੈਣੀ, ਉਹ ਹੈ ਉਹਦੀ ਰੋਜ਼ੀ ਰੋਟੀ ਦਾ ਸਵਾਲ। ਹਰ ਮਹੀਨੇ 1500 ਦੀ ਇਹ ਰਕਮ ਨਾ ਸਿਰਫ ਉਹਦੇ ਪਰਿਵਾਰ ਨੂੰ ਇੱਕ ਹੌਸਲਾ ਦਿੰਦੀ ਹੈ, ਬਲਕਿ ਉਸ ਦੇ ਮਾਣ ਦਾ ਪੂਰਾ ਖਿਆਲ ਵੀ ਰੱਖਦੀ ਹੈ। 1500 ਦੀ ਇਹ ਰਕਮ ਕਿਸੇ ਲਈ ਕਿੰਨੀ ਵੱਡੀ ਨਿਮਤ ਹੈ, ਇਹ ਤਾਂ ਉਹੀ ਜਾਣਦੇ ਨੇ ਜਿਨ੍ਹਾਂ ਲਈ ਜ਼ਿੰਦਗੀ ਭੁੱਖ ਤੇ ਜ਼ਰੂਰਤਾਂ ਨਾਲ ਇੱਕ ਜੰਗ ਤੋਂ ਘੱਟ ਨਹੀਂ। ਅਨੇਕਾਂ ਸਕੀਮਾਂ ਜਿਹੜੀ ਕਿ ਪੰਜਾਬ ਸਰਕਾਰ ਜੋ ਲਾਗੂ ਕਰਦੀ ਹੈ, ਉਹ ਮੈਂ ਪਿੰਡ ਜਾ ਕੇ ਘਰ ਜਾ ਕੇ ਉਹਨਾਂ ਨੂੰ ਜਾਣੂ ਕਰਾਉਣਾ ਹਾਂ ਅਤੇ ਉਹਨਾਂ ਨੂੰ ਉਹਨਾਂ ਦਾ ਲਾਭ ਪਹੁੰਚਾਉਣਾ ਹਾਂ। ਕਈ ਲੋਕ ਤਾਂ ਦਵਾਈਆਂ ਤੋਂ ਤਰਸਦੇ ਸੀਗੇ, ਰਾਸ਼ਨ ਤੋਂ ਤਰਸਦੇ ਸੀਗੇ, ਕਈਆਂ ਦਾ ਗੁਜ਼ਾਰਾ ਨਹੀਂ ਸੀਗਾ। ਹਰ ਇੱਕ ਜਿੰਨੀ ਵੀ ਮੇਰੀ ਬਜ਼ੁਰਗ ਮਾਤਾਵਾਂ ਮਿਲੀਆਂ, ਉਹ ਸਾਰੇ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੀਆਂ ਕਿ ਸਾਡੀ 750 ਤੋਂ ਚੱਕ ਕੇ ਜਿਹੜੀ ਪੈਨਸ਼ਨ ਵਧਾਈ ਹੈ 1500 ਕਰਤੀ। ਅਸੀਂ ਬਹੁਤ ਧੰਨਵਾਦੀ ਹਾਂ। ਕਿਸੇ ਦੀ ਧੀ ਆ ਗਈ ਗਰੀਬ ਦੀ ਗਰੀਬੀ ਦੀ, ਚਲੋ 4 ਰੁਪਏ ਦੇ ਦਿੱਤੇ ਉਹਨੂੰ। ਇਹ ਇਸ ਤਰ੍ਹਾਂ ਬਹੁਤ ਵਧੀਆ ਉਹਨਾਂ ਦਾ ਗੁਜ਼ਾਰਾ ਹੋ ਰਿਹਾ ਜੀ। ਸੱਚ ਹੈ, ਪੰਜਾਬ ਸਰਕਾਰ ਦਾ ਇਹ ਉਪਰਾਲਾ ਸਿਰਫ ਇੱਕ ਕਦਮ ਨਹੀਂ, ਇਹ ਆਪਣੇ ਆਪ 'ਚ ਕਈਆਂ ਲਈ ਸੁੱਖ ਦਾ ਇੱਕ ਉਹ ਸਾਹ ਹੈ ਜੋ ਫਿਕਰਾਂ ਹੇਠ ਨਾ ਦਬ ਕੇ ਮੁਸਕਰਾਹਟ ਦੀ ਆਹਟ ਬਣ ਸਕੇ। ਸੋ ਇਸ ਵਿਭਾਗ ਦੀਆਂ ਦੇ ਤੇ ਉਹਨਾਂ ਦਾ ਪਹੁੰਚਿਆ ਲੋਕਾਂ ਨੂੰ ਲਾਭ। ਇੱਕ ਚੀਜ਼ ਮੈਂ ਹੋਰ ਦੱਸਣਾ ਚਾਹਾਂਗੀ, ਬਾਰ-ਬਾਰ ਅਸੀਂ ਦੇਖ ਰਹੇ ਹਾਂ ਜਗ੍ਹਾ ਜਗ੍ਹਾ ਲਿਖਿਆ ਹੈ 750 ਤੋਂ 1500, 750 ਤੋਂ 1500, ਲੇਕਿਨ ਦੀ ਸ਼ੁਰੂਆਤ ਕਦੋਂ ਹੋਈ ਸੀ? 1964 'ਚ। 1964 'ਚ ਕਿੰਨੀ ਹੁੰਦੀ ਸੀ? ਕੇਵਲ 15 ਰੁਪਏ। 15 ਰੁਪਏ ਪੈਨਸ਼ਨ। ਜਦੋਂ ਕਾਂਗਰਸ ਸਰਕਾਰ ਆਈ 2006 'ਚ, ਉਹਨਾਂ ਨੇ ਇਸ ਨੂੰ 250 ਕੀਤਾ ਤੇ ਹੁਣ 2017 'ਚ 750 ਤੇ 2021 'ਚ 1500। ਸੋ ਇਹ ਲਗਾਤਾਰ ਲੋਕਾਂ ਦੇ ਹੱਕਾਂ ਦੀ ਪੈਰਵੀ ਹੈ, ਲੋਕਾਂ ਨੂੰ ਮਾਣ ਨਾਲ ਜਿਉਣ ਦਾ ਹੱਕ ਦੇ ਰਹੀ ਹੈ ਸਰਕਾਰ। ਆਪਣੀ ਥੈਂਕਸ, ਆਪਣੀ ਕ੍ਰਿਤੱਗਤਾ, ਆਪਣੀਆਂ ਭਾਵਨਾਵਾਂ ਲੋਕੀ ਸਾਂਝੀਆਂ ਕਰਨਾ ਚਾਹੁੰਦੇ ਹੈ ਸੀਐਮ ਸਾਹਿਬ ਤੁਹਾਡੇ ਨਾਲ। ਸਾਡੇ ਨਾਲ ਵਰਚੁਅਲ ਮਾਧਿਅਮ ਨਾਲ ਮਾਝਾ, ਮਾਲਵਾ, ਦੁਆਬਾ ਸਭ ਖੇਤਰਾਂ ਤੋਂ ਲੋਕੀ ਜੁੜੇ ਨੇ। ਸੋ ਬੇਨਤੀ ਕਰਾਂਗੇ ਸਭ ਤੋਂ ਪਹਿਲੇ ਜਲੰਧਰ ਤੋਂ ਪਰਮਜੀਤ ਕੌਰ, ਜਿਹੜੇ ਕਿ ਬੁਢਾਪਾ ਪੈਨਸ਼ਨ ਦੇ ਲਾਭਪਾਤਰੀ ਨੇ, ਕਿ ਉਹ ਆਪਣੀ ਫੀਲਿੰਗਸ ਤੁਹਾਡੇ ਸਾਹਮਣੇ ਰੱਖਣ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਪਰਮਜੀਤ ਕੌਰ ਹੈ, ਮੈਂ ਜਲੰਧਰ ਤੋਂ। ਹਾਂਜੀ, ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਪਰਮਜੀਤ ਕੌਰ ਹੈ, ਮੈਂ ਜਲੰਧਰ ਤੋਂ ਬੋਲਦੀ ਹਾਂ। ਨਕੋਦਰ ਤੋਂ ਹਾਂ ਮੈਂ ਰਹਿਣ ਵਾਲੀ। ਮੈਂ ਬਹੁਤ ਸ਼ੁਕਰੀਆ ਕਰਦੀ ਹਾਂ, ਧੰਨਵਾਦ ਕੈਪਟਨ ਸਰਕਾਰ ਦਾ, ਜਿਨ੍ਹਾਂ ਨੇ 750 ਰੁਪਈਆ ਕਰਕੇ ਸਾਡੀ 1500 ਰੁਪਈਆ ਪੈਨਸ਼ਨ ਕਰ ਦਿੱਤੀ ਆ। ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ। ਕੈਪਟਨ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ। ਮੈਂ ਪਟਿਆਲੇ ਤੋਂ ਮਮਤਾ ਰਾਣੀ ਬੋਲ ਰਹੀ ਹਾਂ ਜੀ। ਮੈਂ ਆਪ ਜੀ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਨੂੰ ਪਹਿਲਾਂ 750 ਰੁਪਏ ਪੈਨਸ਼ਨ ਦਿੰਦੇ ਸੀ, ਹੁਣ 1500 ਰੁਪਏ ਕਰ ਦਿੱਤੀ ਹੈ ਜੀ। ਸਾਨੂੰ ਇੰਨੇ ਪੈਸਿਆਂ ਨਾਲ ਬਹੁਤ ਹੀ ਸਹਾਰਾ ਮਿਲਦਾ ਹੈ ਜੀ। ਮੇਰੀਆਂ ਵਰਗੀਆਂ ਕਈ ਭੈਣਾਂ ਨੇ ਜਿਹੜੀਆਂ ਛੋਟੀਆਂ ਉਮਰ 'ਚ ਵਿਧਵਾ ਹੋ ਗਈਆਂ ਨੇ ਜੀ, ਉਹਨਾਂ ਨੂੰ ਇਸ ਪੈਸਿਆਂ ਨਾਲ ਬਹੁਤ ਸਹਾਰਾ ਹੈ ਜੀ। ਘਰ ਵਿੱਚ ਧੀ ਭੈਣ ਆਵੇ, ਕੋਈ ਦਵਾਈ ਲੈਣੀ ਹੁੰਦੀ ਹੈ ਜੀ, ਸਾਨੂੰ ਬਹੁਤ ਹੀ ਸਹਾਰਾ ਮਿਲਦਾ ਇਸ ਪੈਸੇ ਨਾਲ ਜੀ। ਮੈਂ ਆਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ। ਤੋਂ ਸਾਡੇ ਨਾਲ ਇੰਦਰਜੀਤ ਸਿੰਘ ਜੁੜਨਗੇ, ਗੁਰਦਾਸਪੁਰ। ਮੈਂ ਇੰਦਰਜੀਤ ਸਿੰਘ, son of ਸਰਦਾਰ ਮਹਿੰਦਰ ਸਿੰਘ,
पिंड नवा पिंड झावर जिला गुरदासपुर। मेरी जो अंगहीन की पेंशन पहले 750 रुपया ही पंजाब के मुख्य मंत्री कैप्टन अमरिंदर सिंह जी ने 1/7/2021 तो वधा के 1500 रुपया पेंशन कर दी है। मैं उन्हां दा बहुत धन्नवाद करना वा, नाल ही पंजाब सरकार का धन्नवाद करना है। साडी 1500 रुपये पेंशन के नाल साडे घर का गुजारा भी बड़ा आसान दे नाल चल सकता है, नाल ही अपने परिवार के नाल असीं दवाई पत्ता भी असीं नाल दे सकते हैं। ਧੰਨਵਾਦ ਜੀ। ਇਹ ਸੀਗੇ ਪੰਜਾਬ ਦੇ ਅਲੱਗ-ਅਲੱਗ ਖੇਤਰਾਂ ਤੋਂ ਲਾਭਪਾਤਰੀ। ਹੁਣ ਇਸ ਸਕੀਮ ਨੂੰ ਪੈਨਸ਼ਨ ਵਾਅਦੇ ਨੂੰ ਫਾਰਮਲੀ ਲਾਂਚ ਕਰਾਂਗੇ। ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਬਟਨ ਦਬਾ ਕੇ ਇਸ ਵਾਅਦੇ ਨੂੰ ਲਾਗੂ ਕਰੋ। ਜ਼ੋਰਦਾਰ ਤਾੜੀਆਂ ਜੀ। ਹੁਣ ਬੇਨਤੀ ਕਮਲਾ ਨਾਲ ਇਹ ਚੈੱਕ ਜਿਹੜੇ ਵਾਅਦੇ ਦੇ ਹੈ ਉਹ ਬੈਨੀਫੀਸ਼ਰੀਜ਼ ਨੂੰ ਪ੍ਰਦਾਨ ਕਰਨ। ਇੱਕ ਇੱਕ ਕਰਕੇ ਬੈਨੀਫੀਸ਼ਰੀਜ਼ ਨੂੰ ਅੱਗੇ ਲਿਆ ਜਾਏ। ਸੀਐਮ ਸਾਹਿਬ ਨੂੰ ਬੇਨਤੀ ਉਹ ਥੋੜਾ ਅੱਗੇ ਆ ਜਾਣਗੇ ਤੇ ਸ਼ਾਇਦ ਫੋਟੋ ਆਪ ਥੋੜੀ ਅੱਛੀ ਹੋ ਜਾਏਗੀ ਸਰ। जगदीश कौर, श्रीमती जगदीश कौर। अगले लाभपात्री ने प्रीतम सिंह। हाँ, सहारा दे के लिया जी। प्रीतम सिंह। नसीब कौर। बलविंदर सिंह। ये मेरे दिव्यांग वीर बलविंदर सिंह। रंजीत कौर। हरमेश सिंह। कमल कौशल। स्वर्ण कौर। गरीब दास। गरीब दास। करमजीत कौर। ਇਹ ਸੀਗੇ 10 ਬੈਨੀਫੀਸ਼ਰੀ ਜਿਨ੍ਹਾਂ ਨੂੰ ਅੱਜ ਅਸੀਂ ਵਾਅਦੇ ਦੇ ਪੈਨਸ਼ਨ ਵਾਅਦੇ ਦੇ ਚੈੱਕ ਦਿੱਤੇ ਨੇ। ਹੁਣ ਬੇਨਤੀ ਹੈ ਸੀਐਮ ਸਾਹਿਬ ਨੂੰ ਕਿ ਉਹ ਆਪ ਸਭ ਦੇ ਮੁਖਾਤਬ ਹੋਣ।
पहली बार है कि प्राइवेट स्कूलों में छड़ के बच्चे सरकारी स्कूलों इसनों सारा हिंदुस्तान ने मन्निया। हिंदुस्तान की गवर्नमेंट साड़ी गवर्नमेंट नहीं है, लेकिन उन्होंने भी एक गल मनी है कि पंजाब नंबर 1 ते चलिया। मैं अपने एजुकेशन मिनिस्टर का और सैकटरी का और उन्होंने सारे महकमे को बनाई देने इस गल पर। फिर असी सेहत वास्ते सेहत बीमा कराया सारे वास्ते, और असी ਉਹਦੇ ਵਿੱਚ भी सानू 38 लाख ਬੰਦਿਆਂ ਦਾ ਨੂੰ ਇੱਥੇ ਸਿਹਤ ਬੀਮਾ ਹੋਇਆ ਹੈ। ਐਂਡ ਫਿਰ ਦਾਣਾ ਚੱਕਾ ਨਹੀਂ, ਅਸੀਂ ਕਿਹਾ ਸੀ ਮੰਡੀ 'ਚ ਕੋਈ ਅਸੀਂ ਦਾਣਾ ਰਹਿਣ ਨਹੀਂ ਦੇਣਾ, ਔਰ 2 ਦਿਨ ਤੋਂ ਜ਼ਿਆਦਾ ਬੰਦਿਆਂ ਮੰਡੀ ਦੇ ਵਿੱਚ ਕਿਸੇ ਨੂੰ ਆਪਣੀ ਬਹਿਣ ਦੀ ਲੋੜ ਨਹੀਂ। ਆਊਗਾ ਉਦੋਂ ਹੀ ਖਰੀਦ ਹੋ ਜੂਗੀ ਔਰ ਪੈਸੇ ਉਹਨਾਂ ਨੂੰ ਮਿਲ ਜਾਣਗੇ। ਤੁਸੀਂ ਦੇਖ ਲਓ ਸਾਡੇ ਕਿੰਨੀਆਂ ਵਾਰ ਅਸੀਂ ਹੁਣ ਕਿੰਨੀਆਂ ਕਣਕਾਂ ਚੱਕੀਆਂ ਨੇ ਕਿ ਰਸੌਣੀਆਂ ਸਾਡੀ ਹਾੜੀ ਆਪਾਂ ਨੇ ਚੱਕੀ ਹੈ, ਕਦੇ ਕਿਸੇ ਨੂੰ ਤਕਲੀਫ ਨਹੀਂ ਆਉਣ ਦਿੱਤੀ। ਔਰ ਸਾਡਾ ਤੋਂ ਪਹਿਲਾਂ ਜਿਹੜੀ ਹਕੂਮਤ ਸੀ ਤੁਸੀਂ ਉਹ ਵੀ ਦੇਖ ਲਓ ਕੀ ਉਦੋਂ ਤੱਕ ਹੁੰਦਾ ਸੀ। ਫਿਰ ਅਸੀਂ ਕਦਮ ਚੱਕੇ ਨੇ ਆਪਣੇ ਪੰਜਾਬ ਦੇ ਪਾਣੀ ਬਚਾਉਣਾ, ਕਈ ਚੀਜ਼ਾਂ ਕੀਤੀਆਂ ਨੇ। ਮੈਂ ਤੁਹਾਨੂੰ ਸਿਰਫ ਇਸ ਲਈ ਦੱਸ ਰਿਹਾ, ਇਹ ਤਾਂ ਥੋੜ੍ਹੀਆਂ ਜਿਹੀਆਂ ਗੱਲਾਂ ਨੇ, ਲੇਕਿਨ ਬਹੁਤ प्रोग्राम ये ਜਿਹੜੇ ਅਸੀਂ ਦਿੱਤੇ ਨੇ। मैं सारे तो पढ़ के सुना नहीं सकता ਤੁਹਾਨੂੰ, लेकिन इन्ना जानना ਤੁਹਾਨੂੰ ਜ਼ਰੂਰੀ है कि ਅਸੀਂ 533 ਦੇ ਵਿੱਚੋਂ 422 ਸਾਡੇ प्रोग्राम पूरे हो चुके हैं, और ਇਹਨਾਂ ਦੀ ਜਿਹੜੀ ਹੋਏਗੀ ਕਿਹੜਾ प्रोग्राम है वो लोगों के सामने ਅਸੀਂ छाप प्रेस ਦੇ ਰਾਹੀਂ ਦੇ ਦਾਂਗੇ ताकि ਤੁਸੀਂ ਸਾਰੇ देख सकोगे। लेकिन ये रिकॉर्ड है किसी हिंदुस्तान ਦੇ ਵਿੱਚ। ਸਾਡੇ ਚੋਂ ਪਹਿਲਾਂ सिर्फ चंद्रबाबू नायडू ने जब वो चीफ मिनिस्टर से आंध्र प्रदेश के उन्होंने 43% अपना मैनीफेस्टो किया है। असी हम 90 पहुंचने लगे हैं, और असी इस साल के अखीर तक ये पूरा करके देवांगे। साडा वादा है पंजाब। तो अज ये मैनू खुशी है कि ये अपने पंजाब के जेडे साडे वीर ने, साडे गरीब वीर ने, ये वाहिगुरू का हुक्म होंगे जो वही होंगे। साढ़े किसी के बस की गल नहीं, लेकिन साड़ी ड्यूटी बनती है फिर हुकूमतों की कि वो जी साड़ी भैन और साढ़े वीर ने जो उस हालात के विच ने। आर्थिक तौर पर अगर ना होंदा फिर साढ़े को गुंजाइश नहीं पैसे की कोशिश करने वास्ते, लेकिन ये होया। और मैं अपने साथियों का और मेरे फाइनेंस मिनिस्टर खासकर जो अरुणा जी का मैं उन्होंने धन्यवादी है कि तुम सारे ने इतनी हिम्मत की है और ये सब कुछ असी कर सके। तो अज बहुत खुशी है कि मैं इस अच्छे जो प्रोग्राम से असी आप सारे रख सके। बहुत धन्यवाद। वाहिगुरू जी का खालसा, वाहिगुरू जी की फतेह। ਹੁਣ ਬੇਨਤੀ ਹੈ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਮਾਨਯੋਗ ਪੇਸ਼ ਕਰਨ। ਮੈਡਮ ਅੱਜ ਇਸ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਿਲ ਹੋ ਕੇ ਬਜ਼ੁਰਗਾਂ, ਨਿਰਾਸ਼ਰਿਤ ਬੱਚਿਆਂ, ਦਿਵਿਆਂਗ ਜਨਾਂ ਤੇ ਸਿਰ ਉੱਤੇ ਪੰਜਾਬ ਸਰਕਾਰ ਨੇ ਇੱਕ ਆਸ਼ੀਰਵਾਦ ਹੱਥ ਰੱਖਿਆ। ਮੈਂ ਕੈਪਟਨ ਸਾਹਿਬ ਤਹਿ ਦਿਲ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਅੱਜ ਇਹ ਇਤਿਹਾਸਿਕ ਮੌਕਾ ਜਿਹੜਾ ਕਿ ਪੈਨਸ਼ਨ ਰਾਸ਼ੀ ਦੁੱਗਣੀ ਕੀਤੀ ਹੈ, ਇਹ ਹਮੇਸ਼ਾ ਵਾਸਤੇ ਯਾਦ ਰੱਖਿਆ ਜਾਏਗਾ। ਉੱਥੇ ਇਸ ਦਿਨ ਨੂੰ ਸਾਡੇ ਰਾਜ ਦੇ ਬਜ਼ੁਰਗ, ਨਿਰਾਸ਼ਰਿਤ ਬੱਚੇ, ਮਾਂ ਅਤੇ ਦਿਵਿਆਂਗ ਵਿਅਕਤੀ ਆਪਣੀ ਆਰਥਿਕ ਆਜ਼ਾਦੀ ਦੇ ਰੂਪ ਵਿੱਚ ਮਨਾਉਣਗੇ, ਕਿਉਂਕਿ ਪੰਜਾਬ ਸਰਕਾਰ ਸੇ ਵੀ
ਥਾਂ ਦੇ ਉੱਤੇ ਆਪਣੇ ਪੈਰਾਂ ਦੇ ਉੱਤੇ ਇੱਕ ਮੌਕਾ ਦਿੱਤਾ ਹੈ। ਇੱਕ ਬੜੀ ਵੱਡੀ ਮਦਦ ਮਿਲ ਜਾਂਦੀ ਹੈ ਕਿ ਅਗਰ ਕੋਈ ਬਹੁਤ ਮੁਸ਼ਕਿਲ परिस्थितियां तो मुश्किल सिचुएशंस तो 1500 रुपया भी वो वास्ते लखा का काम करता है। सो मैनू उम्मीद है कि जेड़े जेड़े डिजर्विंग लोगों को ये पेंशन मिलती है इस समाज के विच चानन मुहारा होकर उभरनगे और किसी के मुताज नहीं रहणगे और समाज के विच अपनी एक जगह बनाएंगे क्योंकि एक आर्थिक आज़ादी उन्होंने अज मिली है। इस प्रोग्राम के विच 4000 जगह तो असी इस वर्चुअल माध्यम के नाल असी जुड़े हुए हैं और 400 साडे फिजिकल प्रोग्राम्स भी सर हुए हैं जिहड़े वख-वख जिलियां दे विच हुए हैं। सो ਉਹਦੇ ਨਾਲ जुड़े सारे ही मंत्री साहिबान MLA साहिबान और होर चुने हुए नुमाइंदे जिहड़े ने उन्होंने शिरकत कर रहे हैं और इत्थे बैठे सारे ही मेरे कोलीग रजिया जी, धर्मसोत जी, अपने मनप्रीत जी, बलबीर सिद्धू जी और हरमिंदर गिल जी और खास पेंशन का समागम समारोह के विच शामिल हो तो मैं बहुत बहुत धन्यवाद करती हूँ। थैंक यू वेरी मच सर। आप सबका बहुत बहुत धन्यवाद। इस ਨਾਲ ਹੀ ਅੱਜ ਦਾ ਸਮਾਗਮ ਸਮਾਪਤ ਕਰਦੇ ਹਾਂ। ਅੰਤ ਤੇ ਅਸੀਂ ਇੱਕ ਫੋਟੋ ਓਪਰਚੁਨਿਟੀ ਸੋ ਬੇਨਤੀ ਕਰਾਂਗੀ ਸਮਾਜਿਕ ਸੁਰੱਖਿਆ ਮਿਨਿਸਟਰ ਸਾਹਿਬ ਨੂੰ ਕਿ ਉਹ ਸੀਐਮ ਸਾਹਿਬ ਨੂੰ ਤੇ ਹੋਰ ਪਦਵੰਤਿਆਂ ਨੂੰ ਐਸਕੌਰਟ ਕਰਕੇ ਫੋਟੋ ਆਪ ਵਾਲੀ ਥਾਂ ਤੇ ਲੈ ਜਾਣ ਤਾਂ ਕਿ ਬੈਨੀਫਿਟ